हाँ जी गुड मॉर्निंग स्टूडेंट्स। नैक्सट जो टॉपिक नैक्सट किया सी आपां बाइसिंग ऑफ पी एन जंक्शन। वो दो तरीके नाल कीती सी, फॉरवर्ड एंड रिवर्स बाइसिंग। फॉरवर्ड बाइसिंग दे विच जिहड़ा अपना करंट है वो वोल्टेज की वैल्यू नाल इनक्रीज़ कर रहा सी ते ड्यू टू मेजोरिटी चार्ज कैरीयर्स के कारण करंट फ्लो हो रहा है फॉरवर्ड बाइसिंग दे विच। हुण रिवर्स बाइसिंग दे विच अपना जिहड़ा करंट है वो फ्लो कर रहा सी ड्यू टू माइनॉरिटी चार्ज कैरीयर्स। ਹੁਣ ਜਦੋਂ ਆਪਾਂ ਜਿਹੜੀ ਰਿਵਰਸ ਵੋਲਟੇਜ ਦੀ ਵੈल्यू ਹੈ ਜਦੋਂ ਇਨਕਰੀਜ਼ ਕਰਦੇ ਸੀ ਤਾਂ ਆਪਣੇ ਕੋਲੇ ਜਿਹੜਾ ਕਰੰਟ ਹੈ ਸ਼ਾਰਪਲੀ ਇਨਕਰੀਜ਼ ਕਰ ਜਾਂਦਾ ਸੀ। ਸ਼ਾਰਪਲੀ ਕਰੰਟ ਇਨਕਰੀਜ਼ ਕਰਨ ਦੇ ਨਾਲ ਆਪਣਾ ਜਿਹੜਾ ਪੀਐਨ ਡਾਇਡ ਹੈਗਾ ਉਹ ਡੈਮੇਜ ਹੋ ਸਕਦਾ। ਹੁਣ ਆਪਾਂ ਨੂੰ ਕੀ ਹੈ, ਇੱਕ ਸਪੈਸ਼ਲੀ ਆਪਾਂ ਡਿਜ਼ਾਈਨ ਕੀਤਾ ਪੀਐਨ ਡਾਇਡ ਜਿਹੜਾ ਓਨਲੀ ਰਿਵਰਸ ਬਾਇਸਿੰਗ ਰੀਜ਼ਨ ਦੇ ਵਿੱਚ ਰਿਵਰਸ ਬਾਇਸ ਦੇ ਵਿੱਚ ਕੰਮ ਕਰੇਗਾ। ਉਸ ਨੂੰ ਆਪਾਂ ਕਹਾਂਗੇ ਜਿਨਰ ਡਾਇਡ। ਇਹ ਵਾਲੀ ਜਿਹੜੀ ਵੋਲਟੇਜ ਆਈ ਸੀ ਆਪਣੇ ਕੋਲੇ ਆ वाली वोल्टेज ये सी ब्रेकडाउन वोल्टेज, जिथे अपनी जो आप फॉरवर्ड बाइसिंग वोल्टेज नूं इनक्रीज़ करते सी करंट अपना की है शार्पली इनक्रीज़ कर रहा सी, वो वाली वोल्टेज नूं आपां कहांगे ब्रेकडाउन वोल्टेज। हुण आपां स्पैशली डिज़ाइन किया एक पी एन डायड जिहड़ा रिवर्स बाइसिंग दे विच काम करेगा ते वो की है डैमेज नहीं होएगा, उस नूं आपां कहांगे जिनर डायड। जिनर डायड दे विच जिहड़ी आ वाली वोल्टेज है ब्रेकडाउन वोल्टेज उस नूं आपां कहांगे ब्रेकडाउन वोल्टेज या जिनर ब्रेकडाउन वोल्टेज विच इज डिनोटेड बाय बी जैड। हुण जिहड़ी ब्रेकडाउन हैगी है पी एन जंक्शन दे विच दो मैकेनिज्म दे नाल पॉसीबल है, ठीक है। आ वाली जिहड़ी ब्रेकडाउन है वो दो तरीके नाल हो सकदी है। फस्ट तो हैगी एवलांचे ब्रेकडाउन ते सैकेंड हैगी जिनर ब्रेकडाउन। एवलांचे ब्रेकडाउन ਦੇ ਵਿੱਚ ਆਪਾਂ ਕੀ ਕਰਨਾ ਹੈ, ਜਿਹੜਾ ਜੰਕਸ਼ਨ ਹੈ ਆਪਣੇ ਕੋਲੇ ਉਹ ਆਪਾਂ ਕੀ ਲਵਾਂਗੇ ਲਾਈਟਲੀ ਡੋਪਡ ਜੰਕਸ਼ਨ ਲੈਣਾ। ਲਾਈਟਲੀ ਡੋਪਡ ਜੰਕਸ਼ਨ ਹੈ ਮੀਨਸ ਆਪਾਂ ਜਿਹੜੀ ਡੋਪਿੰਗ ਹੈ ਲਾਈਟਲੀ ਕੀਤੀ ਹੋਈ ਹੈ ਉਸ ਦੇ ਨਾਲ ਜਦੋਂ ਆਪਾਂ ਰਿਵਰਸ ਬਾਈਸਿੰਗ ਕੀਤੀ ਰਿਵਰਸ ਬਾਈਸਿੰਗ ਨੂੰ ਇਨਕਰੀਜ਼ ਕਰਾਂਗੇ ਦੈਨ ਫੀਲਡ ਅਕਰੋਸ ਦਾ ਜੰਕਸ਼ਨ ਇਜ਼ ਆਲਸੋ ਇਨਕਰੀਜ਼। ਤਾਂ ਜਿਹੜਾ ਫੀਲਡ ਹੈਗਾ ਅਕਰੋਸ ਦਾ ਜੰਕਸ਼ਨ ਇਨਕਰੀਜ਼ ਕਰ ਜਾਏਗਾ। ਇਨਕਰੀਜ਼ ਕਰਨ ਦੇ ਨਾਲ ਜਿਹੜੇ ਨਿਊ ਕੈਰੀਅਰਸ ਹੈ ਇਲੈਕਟ੍ਰੋਨ ਤੇ ਹੋਲ ਪੇਅਰ ਹੈ ਉਹ ਲਿਬਰੇਟ ਹੋਣ ਲੱਗ ਜਾਣਗੇ। ਹੁਣ ਉਹਨਾਂ ਨੂੰ ਕੀ ਹੈ ਜਦੋਂ ਆਪਣੇ ਕੋਲੇ ਰਿਵਰਸ ਵੋਲਟੇਜ ਦੀ ਵੈਲਿਊ ਆਪਾਂ ਇਨਕਰੀਜ਼ ਕਰਤੀ ਤੇ ਫੀਲਡ ਕੀ ਹੈ ਆਪਣਾ ਫੀਲਡ ਇਨਕਰੀਜ਼ ਹੋ ਗਿਆ। ਦੈਨ ਜਿਹੜੇ ਆਪਣੇ ਹੈਗੇ ਆ ਚਾਰਜ ਕੈਰੀਅਰਸ ਉਹ ਐਕਸਾਈਟ ਹੋ ਜਾਣਗੇ, ਉਹਨਾਂ ਦੇ ਕੋਲ ਸਫੀਸ਼ੀਐਂਟ ਐਨਰਜੀ ਆ ਜਾਏਗੀ ਅਪਲਾਈਡ ਵੋਲਟੇਜ ਦੇ ਨਾਲ। ਜਦੋਂ ਇਹ ਵਾਲੇ ਜਿਹੜੇ ਕੈਰੀਅਰਸ ਹੈ ਐਨਰਜੀ ਨੂੰ ਐਕਵਾਇਰ ਕਰਨਗੇ, ਐਕਵਾਇਰ ਕਰਨ ਤੋਂ ਬਾਅਦ ਇਹ ਕ੍ਰਿਸਟਲ ਦੇ ਜਿਹੜੇ ਆਇਨ ਹੈ ਉਹਨਾਂ ਨਾਲ ਕੋਲਾਈਡ ਕਰਨਗੇ। ਕੋਲਾਈਡ ਕਰਨ ਤੋਂ ਬਾਅਦ ਆਪਣੇ ਕੋਲ ਜਿਹੜਾ ਕੋਵੈਲੈਂਟ ਬੌਂਡ ਹੈ ਉਹ ਡਿਸਟਰਬਟ ਹੋ ਜਾਊਗਾ, ਬੌਂਡ ਆਪਣੇ ਕੋਲ ਬ੍ਰੇਕ ਹੋ ਜਾਊਗਾ। ਬ੍ਰੇਕ ਹੋਣ ਦੇ ਨਾਲ ਹੁਣ ਆਪਣੇ ਕੋਲ ਹੋਰ ਚਾਰਜ ਕੈਰੀਅਰਸ ਬਣ ਗਏ। ਉਹ ਚਾਰਜ ਕੈਰੀਅਰਸ ਜਿਹੜੇ ਹੋਰ ਕ੍ਰਿਸਟਲ ਆਇਨਸ ਦੇ ਕੋਵੈਲੈਂਟ ਬੌਂਡ ਹੈ ਉਹਨਾਂ ਨੂੰ ਡਿਸਟਰਬਟ ਕਰਨਗੇ। ਫਿਰ ਆਪਣੇ ਕੋਲ ਨਿਊ ਕੈਰੀਅਰਸ ਹੋਰ ਬਣ ਜਾਣਗੇ। ਇਸ ਤਰੀਕੇ ਨਾਲ ਇਲੈਕਟ੍ਰੋਨ ਹੋਲ ਪੇਅਰ ਆਪਣੇ ਕੋਲ ਜਨਰੇਟ ਹੁੰਦੇ ਜਾਣਗੇ ਡਿਊ ਟੂ ਡਿਸਟਰਬਟਿੰਗ ਬਾਈ ਕੋਵੈਲੈਂਟ ਬੌਂਡ। ਤਾਂ ਇਹ ਜਿਹੜਾ टोटल प्रोसैस है उसनूं आपां कहांगे एवलांचे मल्टीप्लिकेशन। मीनस पहला अपने कोल एक सी, एक ने कोवैलेंट बॉन्ड ब्रेक किया, फिर अपने कोल दो बन गए। हुण दो की है होर क्रिस्टल आयन दे जिहड़े कोवैलेंट बॉन्ड है उन्हां नूं ब्रेक करनगे तां इत्थे की एक मल्टीप्लिकेशन बन गई, एक प्रोसैस बन गया कॉन्टीन्यूअस प्रोसैस। उस प्रोसैस नूं आपां कहांगे एवलांचे मल्टीप्लिकेशन। इस दे नाल जिहड़ा अपना करंट हैगा ਉਹ ਲਾਰਜ ਅਮਾਊਂਟ ਦੇ ਵਿੱਚ ਫਲੋ ਕਰੇਗਾ ਅਤੇ ਉਹ ਵਾਲਾ ਜਿਹੜਾ ਰੀਜਨ ਹੈ ਉਸ ਨੂੰ ਆਪਾਂ ਕਹਾਂਗੇ ਐਵਲਾਂਚੇ ਬ੍ਰੇਕਡਾਊਨ ਅਤੇ ਉਹ ਵਾਲੀ ਜਿਹੜੀ ਵੋਲਟੇਜ ਆ ਉਸ ਨੂੰ ਆਪਾਂ ਕਹਾਂਗੇ ਐਵਲਾਂਚੇ ਬ੍ਰੇਕਡਾਊਨ ਵੋਲਟੇਜ। ਨੈਕਸਟ ਹੈਗਾ ਜਿਨਰ ਬ੍ਰੇਕਡਾਊਨ। ਹੁਣ ਪਹਿਲਾਂ ਆਪਣਾ ਜਿਹੜਾ ਜੰਕਸ਼ਨ ਆ ਉਹ ਲਾਈਟਲੀ ਡੋਪਡ ਹੈ, ਹੁਣ ਆਪਾਂ ਜਿਹੜਾ ਜੰਕਸ਼ਨ ਆ ਉਹ ਹੈਵੀਲੀ ਡੋਪਡ ਲੈਣਾ। ਹੈਵੀਲੀ ਡੋਪਡ ਜੰਕਸ਼ਨ ਦੇ ਨਾਲ ਆਪਣੇ ਕੋਲੇ ਕੀ ਹੈ ਜਿਹੜੇ ਮਾਈਨੋਰਿਟੀ ਕੈਰੀਅਰਸ ਹੈ ਉਹ ਕੀ ਕਰਨਗੇ, ਮਤਲਬ ਸਫੀਸ਼ੀਐਂਟ ਕਿਨੈਟਿਕ ਐਨਰਜੀ ਹੈ ਜਿਹੜੀ ਉਸ ਦੇ ਕਾਰਨ ਉਹ ਲੈ ਕੇ ਆਪਣੇ ਕੋਲ ਕੋਲੀਜ਼ਨਾਂ ਨਹੀਂ ਕਰਨਗੇ। ਦੈਟ ਮੀਨਸ ਜਿਹੜਾ ਐਵਲਾਂਚੇ ਇਫੈਕਟ ਆ ਉਹ ਕੀ ਨਹੀਂ ਹੋਏਗਾ ਕਰ। ਹੁਣ ਜਦੋਂ ਆਪਾਂ ਇਹ ਲੈ ਲਿਆ ਹੈਵੀਲੀ ਡੋਪਡ ਤਾਂ ਆਪਣੇ ਕੋਲ ਕੀ ਹੈ ਜਿਹੜੀ ਹੈਗੀ ਹੈ ਡਿਪਲੀਸ਼ਨ ਰੀਜ਼ਨ ਹੈ ਉਸ ਦੀ ਆਰਡਰ ਕੀ ਹੋ ਜਾਏਗੀ ਉਹ ਨੈਰੋ ਬਣ ਜਾਏਗੀ। ਨੈਰੋ ਬਣਨ ਦੇ ਨਾਲ ਜਿਹੜਾ ਇਲੈਕਟ੍ਰਿਕ ਫੀਲਡ ਹੈ ਹੁਣ ਆਪਣੇ ਕੋਲ ਮੈਜੋਰਿਟੀ ਕੈਰੀਅਰਸ ਦੀ ਅਮਾਊਂਟ ਵੱਧ ਜਾਏਗੀ। ਉਹ ਵਧਣ ਦੇ ਨਾਲ ਇਲੈਕਟ੍ਰਿਕ ਫੀਲਡ ਜਿਹੜਾ ਸੈਟਅਪ ਹੋਇਆ ਉਸ ਦੀ ਅਮਾਊਂਟ ਆਪਣੇ ਕੋਲ ਹਾਈ ਹੋ ਜਾਏਗੀ। ਉਹ ਤੁਹਾਡੇ ਕੋਲ 10⁸ ਵੋਲਟ ਪਰ ਮੀਟਰ ਦਾ ਹੋ ਸਕਦਾ। ਉਹ ਸਟਰੋਂਗ ਫੋਰਸ ਦੇ ਕਾਰਨ ਆਪਣੇ ਕੋਲ ਜਿਹੜੇ ਬਾਊਂਡ ਇਲੈਕਟ੍ਰੋਨ ਨੇ
ਉਹ ਕੀ ਕਰਨਗੇ, ਕੋਵੈਲੈਂਟ ਬੌਂਡ ਦੇ ਵਿੱਚੋਂ ਨਿਕਲ ਜਾਣਗੇ। ਉਸ ਦੇ ਨਾਲ ਆਪਣੇ ਕੋਲ ਇਲੈਕਟ੍ਰੋਨ ਹੋਲ ਪੇਅਰ ਨਿਊ ਜਨਰੇਟ ਹੋਣ ਲੱਗ ਜਾਣਗੇ। ਇਹ ਜਿਹੜੀ ਜਨਰੇਸ਼ਨ ਹੈਗੀ ਆ ਇਲੈਕਟ੍ਰੋਨ ਹੋਲ ਪੇਅਰਸ ਦੀ, ਉਸ ਦੇ ਕਾਰਨ ਆਪਣੇ ਕੋਲ ਇੱਕ ਕਰੰਟ ਕ੍ਰੀਏਟ ਹੋ ਜਾਏਗਾ, ਉਹ ਹੈਗਾ ਰਿਵਰਸ ਕਰੰਟ। ਠੀਕ ਹੈ, ਜਿਵੇਂ ਜਿਵੇਂ ਆਪਾਂ ਵੋਲਟੇਜ ਹੈ ਜਿਹੜੀ ਇਨਕਰੀਜ਼ ਕਰੀ ਜਾਵਾਂਗੇ, ਉਵੇਂ ਆਪਣਾ ਜਿਹੜਾ ਕਰੰਟ ਆ ਉਹ ਕੀ ਹੈ, ਇੱਕਦਮ ਇਨਕਰੀਜ਼ ਕਰੇਗਾ, ਉਹ ਆਪਣਾ ਰਿਵਰਸ ਕਰੰਟ ਹੈ। ਅਤੇ ਉਹ ਵਾਲੀ ਜਿਹੜੀ ਬ੍ਰੇਕਡਾਊਨ ਆ ਉਸਨੂੰ ਆਪਾਂ ਕਹਾਂਗੇ ਜਿਨਰ ਬ੍ਰੇਕਡਾਊਨ। ਜਿਵੇਂ ਇਹ ਵਾਲਾ ਤੁਹਾਡੇ ਕੋਲੇ ਗ੍ਰਾਫ ਹੈ, ਇਹ ਹੈਗਾ ਬੀਜ਼ ਹੈ। ਠੀਕ ਹੈ, ਹੁਣ ਸਪੋਜ਼ ਜਦੋਂ ਆਪਣੇ ਕੋਲੇ ਜਿਹੜਾ ਜੰਕਸ਼ਨ ਹੈ ਲਾਈਟਲੀ ਡੋਪਡ ਹੈ, ਅਵਲਾਂਚੇ ਬ੍ਰੇਕਡਾਊਨ ਅਕਰ ਕਰ ਰਹੀ ਹੈ, ਅਵਲਾਂਚੇ ਮਲਟੀਪਲੀਕੇਸ਼ਨ ਪ੍ਰੋਸੈਸ ਹੋ ਰਿਹਾ, ਉਸ ਟਾਈਮ ਦੇ ਉੱਪਰ ਤਾਂ ਵੋਲਟੇਜ ਸਪੋਜ਼ ਇਹ ਵਾਲੀ ਹੈ। ਠੀਕ ਹੈ, ਉਦੋਂ ਤਾਂ ਆਪਣੇ ਕੋਲ ਇਹ ਵਾਲੀ ਵੋਲਟੇਜ ਹੈ। ਜਦੋਂ ਆਪਾਂ ਜਿਨਰ ਬ੍ਰੇਕਡਾਊਨ ਵੋਲਟੇਜ ਕਰਨੀ ਹੈ, ਮਤਲਬ ਜੰਕਸ਼ਨ ਆਪਾਂ ਹੈਵੀਲੀ ਡੋਪਡ ਲੈਣਾ, ਤਾਂ ਇਹ ਜਿਹੜੀ ਇਹ ਵਾਲੀ ਬ੍ਰੇਕਡਾਊਨ ਹੈ ਜਿੱਥੇ ਆਪਣਾ ਕਰੰਟ ਸ਼ਾਰਪਲੀ ਇਨਕਰੀਜ਼ ਕਰ ਰਿਹਾ, ਉਸ ਦੀ ਵੈਲਿਊ ਆਪਣੇ ਕੋਲੇ ਕੀ ਆਏਗੀ, ਲੈਸ ਆਊਗੀ। ਇੱਥੇ ਤੱਕ ਹੀ ਆਪਣਾ ਜਿਹੜਾ ਕਰੰਟ ਹੈ ਉਹ ਕੀ ਇਸ ਤਰੀਕੇ ਨਾਲ ਸ਼ਾਰਪਲੀ ਇਨਕਰੀਜ਼ ਕਰ ਜਾਏਗਾ। ਇਹ ਵਾਲੀ ਜਿਹੜੀ ਵੋਲਟੇਜ ਆ ਉਸਨੂੰ ਆਪਾਂ ਕਹਾਂਗੇ ਜਿਨਰ ਬ੍ਰੇਕਡਾਊਨ ਵੋਲਟੇਜ ਜਾਂ ਜਿਨਰ ਬ੍ਰੇਕਡਾਊਨ। ਠੀਕ ਹੈ, ਜਦੋਂ ਆਪਾਂ ਲਾਈਟਲੀ ਡੋਪਡ ਲੈਣਾ ਉਦੋਂ ਤਾਂ ਆਪਣੀ ਜਿਹੜੀ ਬ੍ਰੇਕਡਾਊਨ ਵੋਲਟੇਜ ਆ ਉਸ ਦੀ ਵੈਲਿਊ ਜ਼ਿਆਦਾ ਹੋਏਗੀ। ਜਦੋਂ ਆਪਣੇ ਕੋਲ ਹੈਵੀ ਡੋਪਡ ਜੰਕਸ਼ਨ ਹੋਏਗਾ, ਉਦੋਂ ਆਪਣੀ ਜਿਹੜੀ ਇਹ ਵਾਲੀ ਬ੍ਰੇਕਡਾਊਨ ਹੈ ਵੋਲਟੇਜ ਹੈ ਉਸ ਦੀ ਵੈਲਿਊ ਕੀ ਹੋਏਗੀ, ਘੱਟ ਹੋਏਗੀ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਦੋ ਜਿਹੜੇ ਮੈਕੈਨਿਜ਼ਮ ਹੈ ਉਹਨਾਂ ਦੇ ਨਾਲ ਬ੍ਰੇਕਡਾਊਨ ਕਰ ਸਕਦੇ ਹਾਂ PN ਜੰਕਸ਼ਨ ਡਾਇਡ ਦਾ। ਠੀਕ ਹੈ, ਹੁਣ ਤੁਹਾਡੇ ਕੋਲ ਸਿੰਬਲ ਕੀ ਹੈ ਜਿਨਰ ਡਾਇਡ ਦਾ, ਪਹਿਲਾਂ ਆਪਾਂ ਕੀਤਾ ਸੀ PN ਜੰਕਸ਼ਨ ਦਾ, ਉਹ ਸੀ ਸਿੰਪਲ ਤੁਹਾਡੇ ਕੋਲ ਇਹ ਵਾਲਾ। ਠੀਕ ਹੈ, ਇਹ ਵਾਲਾ ਸੀ। ਹੁਣ ਜਿਨਰ ਦਾ ਕੀ ਹੈ, ਇਹ ਵਾਲੀ ਜਗ੍ਹਾ 'ਤੇ ਆਪਾਂ ਕੀ ਲਿਖਣਾ, ਇੱਕ Z ਸ਼ੇਪ ਦਾ ਕੈਪੀਟਲ ਬਣਾ ਦੇਣਾ, ਅਤੇ ਇਹ ਹੈਗੀ ਹੈ ਇਹ ਵਾਲੀ ਸਾਈਡ ਤੁਹਾਡੀ P ਹੋਏਗੀ, ਇਹ ਵਾਲੀ ਸਾਈਡ ਹੈਗੀ ਹੈ N। ਇਹ ਸਿੰਬਲ ਹੈਗਾ ਜਿਨਰ ਡਾਇਡ ਦਾ। ਜਿਨਰ ਡਾਇਡ ਦੇ ਲਈ ਆਪਣੇ ਕੋਲ ਕੁਝ ਇੰਪੋਰਟੈਂਟ ਪੁਆਇੰਟਸ ਹੈ, ਜਿਵੇਂ ਜਿਨਰ ਡਾਇਡ ਦਾ ਇੱਕ ਤਾਂ ਆਪਣੇ ਕੋਲ ਰਿਵਰਸ ਵਾਈਸਿੰਗ ਆ, ਹਮੇਸ਼ਾ ਰਿਵਰਸ ਵਾਈਸ ਦੇ ਵਿੱਚ ਹੀ ਕੰਮ ਕਰੇਗਾ। ਅਤੇ ਇਸ ਦੀ ਜਿਹੜੀ ਵੋਲਟੇਜ ਹੈ ਸ਼ਾਰਪ ਬ੍ਰੇਕਡਾਊਨ ਵੋਲਟੇਜ, ਉਸ ਨੂੰ ਆਪਾਂ ਕੀ ਕਹਾਂਗੇ, ਜਿਨਰ ਵੋਲਟੇਜ। ਅਤੇ ਇਹ ਜਿਹੜੀ ਜਿਨਰ ਡਾਇਡ ਹੈ ਉਹ ਆਪਣੇ ਕੋਲ ਕੀ ਹੈ, ਸਿੰਪਲ ਇੱਕ ਡਾਇਡ ਦੀ ਤਰ੍ਹਾਂ ਹੀ ਕੰਮ ਕਰੇਗਾ, ਜਿਸ ਦੇ ਵਿੱਚ ਜਦੋਂ ਆਪਾਂ ਡੋਪਿੰਗ ਕਰਾਂਗੇ ਦੈਨ ਉਸ ਦੀ ਜਿਹੜੀ ਵੋਲਟੇਜ ਆ ਉਹ ਕੀ ਹੋਗੀ, ਸ਼ਾਰਪ ਬ੍ਰੇਕਡਾਊਨ ਵੋਲਟੇਜ। ਨੈਕਸਟ ਅਗਰ ਆਪਾਂ ਫੋਰਵਰਡ ਇਹ ਵਾਲਾ ਜਿਹੜਾ ਜਿਨਰ ਡਾਇਡ ਹੈ ਉਸਨੂੰ ਫੋਰਵਰਡ ਬਾਇਸਿੰਗ ਦੇ ਵਿੱਚ ਲਗਾਵਾਂਗੇ ਤਾਂ ਜਿਨਰ ਡਾਇਡ ਆਪਣਾ ਕੀ ਹੈ, ਸਿੰਪਲ PN ਜੰਕਸ਼ਨ ਡਾਇਡ ਦੀ ਤਰ੍ਹਾਂ ਵਰਕ ਕਰੇਗਾ। ਜਿਨਰ ਡਾਇਡ ਆਪਣਾ ਕੀ ਹੈ, ਨਾਟ ਇਮੀਡੀਏਟਲੀ ਬਰਨਡ, ਇਸ ਦੇ ਵਿੱਚ ਆਪਾਂ ਕਿੰਨਾ ਹੀ ਕਰੰਟ ਫਲੋ ਕਰੀਏ ਇਹ ਜਿਹੜਾ ਜਿਨਰ ਡਾਇਡ ਆਪਣਾ ਕੀ ਹੈ, ਡੈਮੇਜ ਨਹੀਂ ਹੋਏਗਾ। ਉਸ ਤੋਂ ਬਾਅਦ ਹੈਗਾ ਟੈਂਪਰੇਚਰ ਕੋਫੀਸ਼ੀਐਂਟ। ਟੈਂਪਰੇਚਰ ਕੋਫੀਸ਼ੀਐਂਟ ਕੀ ਹੈ, ਇਟ ਇਜ਼ ਡਿਫਾਈਨਡ ਐਜ਼ ਪਰਸੈਂਟੇਜ ਚੇਂਜ ਇਨ ਰੈਫਰੈਂਸ ਵੋਲਟ, ਕਿੰਨੀ ਵੋਲਟੇਜ ਆਪਣੀ ਚੇਂਜ ਆ ਰਿਹਾ, ਕਿੰਨਾ ਪਰਸੈਂਟੇਜ ਚੇਂਜ ਆ ਰਿਹਾ ਪਰ ਡਿਗਰੀ ਸੈਲਸੀਅਸ ਨਾਲ, ਪਰ ਡਿਗਰੀ ਟੈਂਪਰੇਚਰ ਦੇ ਨਾਲ ਕਿੰਨੀ ਆਪਣੀ ਜਿਹੜੀ ਵੋਲਟੇਜ ਆ ਉਸ ਦੇ ਵਿੱਚ ਚੇਂਜ ਆ ਰਿਹਾ, ਕਿੰਨਾ ਪਰਸੈਂਟੇਜ, ਉਹ ਹੈਗਾ ਆਪਣੇ ਕੋਲ ਟੈਂਪਰੇਚਰ ਕੋਫੀਸ਼ੀਐਂਟ। ਅਤੇ ਜਿਹੜਾ ਜਿਨਰ ਡਾਇਡ ਹੈ ਉਸ ਦੇ ਲਈ ਟੈਂਪਰੇਚਰ ਕੋਫੀਸ਼ੀਐਂਟ ਹਮੇਸ਼ਾ ਕੀ ਹੋਏਗਾ, ਨੈਗੇਟਿਵ। ਉਸ ਤੋਂ ਬਾਅਦ ਹੈਗੇ ਜਿਨਰ ਡਾਇਡ ਦੇ ਯੂਜ਼। ਜਿਨਰ ਡਾਇਡ ਨੂੰ ਆਪਾਂ ਵੋਲਟੇਜ ਰੈਗੂਲੇਟਰ ਦੀ ਤਰ੍ਹਾਂ ਯੂਜ਼ ਕਰਦੇ ਹਾਂ। ਅਤੇ ਸੈਕਿੰਡ ਹੈਗਾ ਫਿਕਸਡ ਰੈਫਰੈਂਸ ਵੋਲਟੇਜ, ਬਾਇਸਿੰਗ ਕੰਡੀਸ਼ਨ ਦੇ ਲਈ ਜਾਂ ਕੁਛ ਹੋਰ ਆਪਾਂ ਕੰਪੈਰੀਜ਼ਨ ਵਗੈਰਾ ਕਰਨਾ ਉਸ ਦੇ ਲਈ ਆਪਾਂ ਫਿਕਸਡ ਰੈਫਰੈਂਸ ਵੋਲਟੇਜ ਦੀ ਤਰ੍ਹਾਂ ਕੰਮ ਕਰ ਰਹੇ ਜਿਨਰ ਡਾਇਡ। ਕੋਈ ਵੀ ਜੇ ਆਪਾਂ ਵੋਲਟ ਮੀਟਰ ਨੂੰ ਕੈਲੀਬ੍ਰੇਟ ਕਰਨਾ ਉਸ ਦੇ ਲਈ ਜਿਨਰ ਡਾਇਡ ਯੂਜ਼ ਕਰਦੇ ਹਾਂ। ਮੀਟਰ ਨੂੰ ਡੈਮੇਜ ਤੋਂ ਬਚਾਉਣ ਦੇ ਲਈ ਆਪਾਂ ਯੂਜ਼ ਕਰ ਰਹੇ ਹਾਂ ਜਿਨਰ ਡਾਇਡ। ਨੈਕਸਟ ਹੈਗੀ ਆ ਉਸਦੀ ਯੂਜ਼ ਐਪਲੀਕੇਸ਼ਨ ਜਿਨਰ ਡਾਇਡ ਐਜ਼ ਆ ਵੋਲਟੇਜ ਰੈਗੂਲੇਟਰ। ਹੁਣ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨ ਹੈ ਜਾਂ ਕੋਈ ਵੀ ਸਰਕਟ ਲਗਾ ਲਓ ਜਿਸ ਦੇ ਵਿੱਚ ਜਿਹੜੀ ਆਪਾਂ ਨੂੰ ਆਊਟਪੁੱਟ ਵੋਲਟੇਜ ਚਾਹੀਦੀ ਹੈ ਉਹ ਹਮੇਸ਼ਾ ਕੀ ਰਹਿਣੀ ਚਾਹੀਦੀ ਹੈ, ਕੌਨਸਟੈਂਟ। ਮੀਨਸ ਆਪਣੀ ਜਿਹੜੀ ਵੋਲਟੇਜ ਆ ਉਹ ਫਲਕਚੁਏਸ਼ਨ ਨਾ ਆਵੇ, ਉਸ ਦੀ ਵੈਲਿਊ ਇੱਕ ਕੌਨਸਟੈਂਟ ਮਿਲੇ ਆਪਾਂ ਨੂੰ। ਉਹਦੇ ਲਈ ਆਪਾਂ ਕੀ ਕਰਨਾ ਹੈ, ਜਿਨਰ ਡਾਇਡ ਨੂੰ ਯੂਜ਼ ਕਰਾਂਗੇ ਐਜ਼ ਆ ਵੋਲਟੇਜ ਰੈਗੂਲੇਟਰ। ਆਪਾਂ ਨੂੰ ਜਿਹੜੀ ਆਊਟਪੁੱਟ ਵੋਲਟੇਜ ਆ ਉਸ ਦੀ ਵੈਲਿਊ ਹਮੇਸ਼ਾ ਕੌਨਸਟੈਂਟ ਮਿਲੇ, ਬਟ ਜਿਹੜੀ ਆਪਾਂ ਇਨਪੁੱਟ ਲਗਾ ਰਹੇ ਹਾਂ ਉਸ ਦੇ ਵਿੱਚ ਆਪਾਂ ਵੇਰੀਏਸ਼ਨ ਕਰ ਸਕਦੇ ਹਾਂ। ਠੀਕ ਹੈ, ਇਨਪੁੱਟ ਦੇ ਵਿੱਚ ਕੋਈ ਵੀ ਆਪਾਂ ਵੇਰੀਏਸ਼ਨ ਕਰੀਏ ਆਪਣੀ ਜਿਹੜੀ ਆਊਟਪੁੱਟ ਦੀ ਵੈਲਿਊ ਆ ਹਮੇਸ਼ਾ ਆਪਣੇ ਕੋਲ ਕੌਨਸਟੈਂਟ ਮਿਲੇ, ਉਹ ਹੈਗਾ ਤੁਹਾਡੇ ਕੋਲ ਜਿਨਰ ਡਾਇਡ ਐਜ਼ ਆ ਵੋਲਟੇਜ ਰੈਗੂਲੇਟਰ। ਹੁਣ ਇਸ ਦੇ ਵਿੱਚ ਸਰਕਟ ਡਾਇਗਰਾਮ ਕੀ ਹੈ, ਇੱਕ ਤਾਂ ਤੁਹਾਡੇ ਕੋਲ ਕੋਈ ਵੀ ਜਿਨਰ ਡਾਇਡ ਹੈ। ਠੀਕ ਹੈ, ਜਿਨਰ ਡਾਇਡ ਹੈ ਉਸ ਨੂੰ ਆਪਾਂ ਰਿਵਰਸ ਵਾਈਸਿੰਗ ਦੇ ਵਿੱਚ ਲਾਉਣਾ। ਰਿਵਰਸ ਵਾਈਸਿੰਗ ਚਲਾਉਣ ਤੋਂ ਬਾਅਦ ਇਹ ਜਿਹੜਾ ਆਪਣੇ ਕੋਲ ਰਜਿਸਟੈਂਸ ਹੈਗਾ RS, ਇਹ ਸੀਰੀਜ਼ ਕਨੈਕਸ਼ਨ 'ਚ ਲਗਾਵਾਂਗੇ ਜਿਨਰ ਡਾਇਡ ਦੇ ਨਾਲ। ਇੱਕ ਹੋਰ ਆਪਾਂ ਜਿਹੜਾ ਰਜਿਸਟੈਂਸ ਹੈ ਲੋਡ ਰਜਿਸਟੈਂਸ ਲਗਾਵਾਂਗੇ ਪੈਰਲਲ।
ਇਸ ਦੇ ਕਰਸਪੋਂਡਿੰਗ ਆਪਾਂ ਇਨਪੁਟ ਲੈਣੀ ਹੈ ਤੇ ਇਹ ਵਾਲੇ ਦੇ ਕਰਸਪੋਂਡਿੰਗ ਆਪਾਂ ਨੂੰ ਕੀ ਆ ਆਊਟਪੁੱਟ ਮਿਲੇਗੀ। ਨੈਕਸਟ ਹੈਗੀ ਹੈ ਵਰਕਿੰਗ। ਹੁਣ ਸਪੋਜ਼ ਆਪਾਂ ਇੱਧਰ ਇਨਪੁਟ ਦੇ ਰਹੇ ਹਾਂ, ਇਨਪੁਟ ਦਿੱਤੀ, ਠੀਕ ਹੈ, ਇਨਪੁਟ ਦਿੱਤੀ ਆਪਾਂ ਨੇ, ਦੇਣ ਤੋਂ ਬਾਅਦ ਇਹ ਵਾਲੇ ਰਜਿਸਟੈਂਸ ਦੇ ਵਿੱਚੋਂ ਆਈ ਕਰੰਟ ਫਲੋ ਕਰ ਰਹੀ ਹੈ। ਇੱਥੋਂ ਜਾ ਕੇ ਆਪਣਾ ਜਿਹੜਾ ਕਰੰਟ ਹੈ 2 ਪਾਰਟਸ 'ਚ ਡਿਵਾਈਡ ਹੋ ਗਿਆ, ਆਈ ਜ਼ੈਡ ਏ ਹੈ ਤੇ ਆਈ ਐਲ ਏ ਹੈ। ਜਿੰਨੀ ਵੀ ਕੌਂਸਟੈਂਟ ਆਪਾਂ ਨੂੰ ਵੋਲਟੇਜ ਚਾਹੀਦੀ ਹੈ ਉਸ ਦੀ ਵੈਲਿਊ ਆਪਾਂ ਨੂੰ ਮਿਲ ਜੇਗੀ। ਬਾਕੀ ਸਾਰੀ ਜਿਹੜੀ ਵੋਲਟੇਜ ਹੈ ਇਸ ਦੇ ਕਰਸਪੋਂਡਿੰਗ ਡਰੋਪ ਹੋ ਜਾਏਗੀ। ਮੀਨਸ ਇੱਥੇ ਆਪਾਂ 7 ਵੋਲਟੇਜ ਜਾਂ 8 ਵੋਲਟੇਜ ਦਿੱਤੀ ਹੈ ਇਨਪੁਟ, ਆਪਾਂ ਨੂੰ ਚਾਹੀਦੀ ਕਿੰਨੀ ਹੈਗੀ ਹੈ 6, ਤਾਂ ਇਹ ਵਾਲੀ ਜਿਹੜੀ 8 ਵੋਲਟੇਜ ਹੈ ਇੱਥੇ ਤੱਕ ਆਪਾਂ ਨੂੰ 6 ਹੀ ਮਿਲੇਗੀ, 6 ਵੋਲਟੇਜ ਹੀ ਮਿਲੇਗੀ ਆਊਟਪੁੱਟ ਤੇ। ਬਾਕੀ ਜਿਹੜੀ 2 ਬਚ ਗਈ ਆਪਣੇ ਕੋਲ 2 ਵੋਲਟੇਜ ਇਸ ਦੇ ਕਰਸਪੋਂਡਿੰਗ ਕੀ ਹੋ ਜਾਏਗੀ ਡਰੋਪ ਹੋ ਜਾਏਗੀ, ਠੀਕ ਹੈ। ਇਹ ਇਸ ਦੀ ਕੀ ਹੈ ਵਰਕਿੰਗ ਹੈ। ਹੁਣ ਟੋਟਲ ਜਿਹੜਾ ਕਰੰਟ ਆ ਉਹ ਕਿਵੇਂ ਆਪਣੇ ਕੋਲ I ਇਜ਼ ਇਕਸ ਟੂ ਆਈ ਜ਼ੈਡ, ਜਿਨਰ ਡਾਇਡ ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰ ਰਿਹਾ ਤੇ ਆਪਣੇ ਕੋਲ ਕਿੰਨਾ ਆ ਲੋਡ ਰਜਿਸਟੈਂਸ ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰ ਰਿਹਾ। I ਇਜ਼ ਇਕਸ ਟੂ ਆਈ ਜ਼ੈਡ ਪਲਸ L, ਉਹ ਆਪਾਂ ਨੂੰ ਕੀ ਮਿਲੇਗਾ ਕੌਨਸਟੈਂਟ। ਅਗਰ ਕੌਨਸਟੈਂਟ ਆਊਟਪੁੱਟ ਵੋਲਟੇਜ ਵੀ ਨੋਟ ਨਾਲ ਆਪਾਂ ਡਿਨੋਟ ਕਰ ਰਹੇ ਹਾਂ, ਉਸ ਦੀ ਵੈਲਿਊ ਆਪਣੇ ਕੋਲ ਕੌਨਸਟੈਂਟ ਹੈ। ਸੋਰਸ ਤੋਂ ਕਰੰਟ ਕਿਹੜਾ ਰਿਹਾ ਆਪਣੇ ਕੋਲੇ I, ਤੇ ਜਿਨਰ ਡਾਇਡ ਦੇ ਵਿੱਚ ਕਰੰਟ ਕਿਹੜਾ ਫਲੋ ਕਰ ਰਿਹਾ I Z, ਤਾਂ ਵੋਲਟੇਜ ਡ੍ਰੌਪ ਅਕਰੋਸ ਆਰ ਐਸ ਦੇ ਅਕਰੋਸ ਜਿੰਨੀ ਵੋਲਟੇਜ ਡ੍ਰੌਪ ਹੋ ਰਹੀ ਹੈ ਉਹ ਕੀ ਆ ਜਾਏਗੀ VS ਇਜ਼ ਇਕਸ ਟੂ ਇਨਪੁੱਟ ਵੋਲਟੇਜ ਮਾਈਨਸ BZ, ਜਾਂ ਆਪਾਂ ਲਿਖਾਂਗੇ V0, ਠੀਕ ਹੈ। VZ ਕੀ ਹੈ ਬ੍ਰੇਕਡਾਊਨ ਵੋਲਟੇਜ, ਜਿੱਥੇ ਆਪਣਾ ਕਰੰਟ ਸ਼ਾਰਪਲੀ ਇਨਕਰੀਜ਼ ਕਰ ਗਿਆ, ਉਹ ਹੈਗੀ ਆਪਣੇ ਕੋਲੇ ਆਊਟਪੁੱਟ ਵੋਲਟੇਜ। ਹੁਣ VS ਦੀ ਵੈਲਿਊ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ, V ਇਜ਼ ਇਕਸ ਟੂ IR, I ਕਰੰਟ ਫਲੋ ਕਰ ਰਿਹਾ, ਰਜਿਸਟੈਂਸ ਹੈਗਾ RS, ਤਾਂ IRS ਇਜ਼ ਇਕਸ ਟੂ ਕੀ ਹੈ BI ਮਾਈਨਸ B0 ਦੀ। ਹੁਣ ਕਰੰਟ ਹੈ ਆਪਣਾ ਜਿਹੜਾ RS ਦੇ ਕਰਸਪੋਂਡਿੰਗ ਕਿੰਨਾ ਫਲੋ ਕਰ ਰਿਹਾ, RS ਦੇ ਵਿੱਚ IZ ਪਲਸ IL। ਇਸ ਇਕੁਏਸ਼ਨ ਦੇ ਵਿੱਚ ਆਪਾਂ I ਦੀ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲੇ ਕੀ ਬਣ ਜਾਏਗਾ IZ ਪਲਸ IL ਇੰਟੂ RS ਇਜ਼ ਇਕਸ ਟੂ VI ਮਾਈਨਸ V0। ਉਸ ਤੋਂ ਬਾਅਦ ਤੁਹਾਡੇ ਕੋਲੇ ਕੀ ਹੈ RS ਦੀ ਆਪਾਂ ਵੈਲਿਊ ਕੈਲਕੂਲੇਟ ਕਰ ਲਾਂਗੇ VI ਮਾਈਨਸ V0 ਅਪੋਨ IZ ਪਲਸ IL। ਜਿੰਨਾ DC ਰਜਿਸਟੈਂਸ ਹੈਗਾ ਜਿਨਰ ਡਾਇਡ ਦੇ ਕਰਸਪੋਂਡਿੰਗ, ਜਿਨਰ ਡਾਇਡ ਦੇ ਕਰਸਪੋਂਡਿੰਗ ਰਜਿਸਟੈਂਸ ਦੀ ਵੈਲਿਊ ਕਿੰਨੀ ਆ ਜਾਏਗੀ ਆਪਣੇ ਕੋਲੇ ਆਊਟਪੁੱਟ ਵੋਲਟੇਜ ਅਪੋਨ ਜਿੰਨਾ ਇਸ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ, ਤਾਂ ਇਹ ਆਪਣੇ ਕੋਲ ਹੈਗਾ ਜਿਨਰ ਡਾਇਡ ਐਜ਼ ਆ ਵੋਲਟੇਜ ਰੈਗੂਲੇਟਰ। ਇਹ ਟੌਪਿਕ ਇੰਪੋਰਟੈਂਟ ਨੇ, ਜਿਨਰ ਡਾਇਡ, ਅਵਲਾਂਚੇ ਬ੍ਰੇਕਡਾਊਨ ਤੇ ਜਿਨਰ ਬ੍ਰੇਕਡਾਊਨ, ਜਿਨਰ ਡਾਇਡ ਐਜ਼ ਆ ਵੋਲਟੇਜ ਰੈਗੂਲੇਟਰ।